गुरु प्यारी सत संगत जी, आओ सारिया संगतां एक मन एक चित हो के सतगुरां दी बाणी दे नाल सांझा पाइए। ये जो मनुखा जन्म है, इसनूं ये लोग सुखिए पर लोग सहेले कर लईए। आओ सारिया संगतां एक मन एक चित हो के अपनी रसना नूं पवित्र करिए जी। जय गुरुदेव, धन गुरुदेव, जय भीम। हर सोही छड़ के करियान किया सी ते नर दो जिक जाएंगे सत पाके रबदासे। ऐसी दूरे मती निस तेरे तू क्यों न तेरे रबदासे, तू क्यों न तेरे रबदासे। ऐसी दूरी मती निस तेरे तू क्यों न तेरे रबदासे, तू क्यों न तेरे रबदासे। बाणी दे विच सानू समझाउणा करते हैं। खट कर्म कुल सजुगत है, हर भगत हिरदे नाल। चरनार विंदना कथा भावै, सुप चतुल समान। सतगुरु रविदास महाराज जी ने इस शब्द दे राही सारे संसार में समझाना किया है कि स्वान सारे संसार में समझाना किया है। खट कर्म कुल सजुगत है कि जिस तरीके दे नाल जिहड़े लोग अपने आप नूं
ਉੱਚੀ ਕੁੱਲ ਵਾਲਾ ਕਹਾਉਂਦੇ ਨੇ, ਉੱਚੀ ਕੁੱਲ ਵਾਲੇ ਕਹਾਉਣ ਕਰਕੇ ਆਪਣੇ ਅੰਦਰ ਹੰਕਾਰ ਪੈਦਾ ਕਰ ਲੈਂਦੇ ਨੇ ਔਰ ਆਪਣੀ ਜ਼ਿੰਦਗੀ ਦੇ ਵਿੱਚ, ਇਸ ਸੰਸਾਰ ਦੇ ਵਿੱਚ 6 ਪ੍ਰਕਾਰ ਦੇ ਕਰਮ ਕਰਦੇ ਨੇ। ਕਿਹੜੇ ਕਰਮ? ਬਾਣੀ ਨੂੰ ਪੜ੍ਹਨਾ, ਬਾਣੀ ਨੂੰ ਪੜ੍ਹਾਉਣਾ, ਜਗ ਕਰਨੇ ਅਤੇ ਜਗ ਕਰਾਉਣੇ, ਦਾਨ ਕਰਨੇ, ਦਾਨ ਕਰਵਾਉਣੇ। ਸਤਿਗੁਰੂ ਰਵਿਦਾਸ ਮਹਾਰਾਜ ਜੀ ਕਹਿੰਦੇ ਨੇ, ਖਟ ਕਰਮ ਕੁੱਲ ਸਜੁਗਤ ਹੈ, ਹਰ ਭਗਤ ਹਿਰਦੇ ਨਾਲ। ਕਿ ਜੇਕਰ ਇਨਸਾਨ ਆਪਣੇ ਆਪ ਦੇ ਵਿੱਚ ਹੰਕਾਰ ਪੈਦਾ ਕਰਕੇ ਇਹ ਕੰਮ ਕਰ ਰਿਹਾ ਹੈ, ਪਰ ਹਰ ਭਗਤ ਹਿਰਦੇ ਨਾਲ। ਅਗਰ ਜੇਕਰ ਉਹਦੇ ਮਨ ਦੇ ਅੰਦਰ, ਸਰੀਰ ਦੇ ਵਿੱਚ ਭਗਤੀ ਨਹੀਂ ਪੈਦਾ ਹੋਈ, ਉਸ ਪਾਰ ਬ੍ਰਹਮ ਦੇ ਨਾਲ ਪਿਆਰ ਨਹੀਂ ਪਾਇਆ, ਉਸ ਪਰਮਾਤਮਾ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ, ਹਿਰਦੇ ਨੂੰ ਸ਼ੁੱਧ ਨਹੀਂ ਕਰਨਾ, ਮਨ ਦੇ ਵਿੱਚ ਕਦੀ ਸਵਾਲ ਨਹੀਂ ਪੈਦਾ ਕੀਤਾ ਕਿ ਇਹ ਜੋ ਮੇਰਾ ਹਿਰਦਾ ਹੈ, ਇਹ ਕਿਸ ਤਰੀਕੇ ਦੇ ਨਾਲ ਸ਼ੁੱਧ ਹੋਵੇਗਾ। ਫਿਰ ਸਤਿਗੁਰੂ ਜੀ ਫਰਮਾਨ ਕਰਦੇ ਨੇ, ਚਰਨਾਰ ਵਿੰਦ ਨ ਕਥਾ ਪਾਵੇ। ਕਿ ਜਦੋਂ ਉਸ ਮਾਲਕ ਦੇ ਨਾਂ ਦੀਆਂ ਗੱਲਾਂ ਹੁੰਦੀਆਂ ਨੇ, ਉਹਨਾਂ ਦੀਆਂ ਬਾਣੀਆਂ ਦੀਆਂ ਗੱਲਾਂ ਹੁੰਦੀਆਂ ਨੇ, ਉਹਨਾਂ ਦੇ ਵਿੱਚ ਆਪਣਾ ਕਦੀ ਧਿਆਨ ਨਹੀਂ ਲਗਾਉਂਦਾ ਇਨਸਾਨ। ਫਿਰ ਇਹੋ ਜਿਹਾ ਇਨਸਾਨ ਸੁਪਚ ਤੁਲ ਸਮਾਨ। ਉਹ ਲੋਕ ਇਹੋ ਜਿਹੇ ਸ਼ੈਤਾਨ, ਇਹੋ ਜਿਹੇ ਚੰਡਾਲ ਆਪਣੇ ਹਿਰਦੇ ਦੇ ਵਿੱਚ, ਆਪਣੇ ਸਰੀਰ ਦੇ ਵਿੱਚ ਇਹੋ ਜਿਹੀ ਅੱਗ ਆਪਣੇ ਸਰੀਰ ਦੇ ਵਿੱਚ ਭਰ ਕੇ ਫਿਰਦੇ ਨੇ। ਪਰ ਦੁਨੀਆ ਦੇ ਵਿੱਚ ਉਹ ਮਹਿਸੂਸ ਇਸ ਤਰੀਕੇ ਨਾਲ ਕਰਾਉਂਦੇ ਨੇ ਕਿ ਅਸੀਂ ਦੁਨੀਆ ਦੇ ਵਿੱਚ ਗਿਆਨਵਾਨ ਹਾਂ, ਅਸੀਂ ਸੋਝੀ ਵਾਲੇ ਹਾਂ, ਅਸੀਂ ਦਾਨੀ ਹਾਂ, ਅਸੀਂ ਅਕਲਾਂ ਵਾਲੇ ਹਾਂ। ਪਰ ਇੱਥੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਪਹਿਲੀਆਂ ਪੰਕਤੀਆਂ ਦੇ ਵਿੱਚ ਉਹਨਾਂ ਇਨਸਾਨਾਂ ਦੀ ਸੋਚ ਨੂੰ ਕੰਡਮ ਕਰ ਦਿੱਤਾ ਹੈ ਕਿ ਜਿਹੜੇ ਲੋਕ ਆਪਣੇ ਆਪ ਦੇ ਵਿੱਚ, ਆਪਣੀ ਸੋਚ ਦੇ ਵਿੱਚ ਹੰਕਾਰ ਕਰਕੇ ਬੈਠੇ ਨੇ ਔਰ ਉਹ ਕਦੇ ਮਾਲਕ ਦੇ ਨਾਲ ਸੱਚੀ ਪ੍ਰੀਤ ਨਹੀਂ ਪਾਉਂਦੇ। ਉਹ ਲੋਕ ਜਿਸ ਤਰੀਕੇ ਨਾਲ ਚੰਡਾਲ ਹੁੰਦੇ ਨੇ, ਸ਼ੈਤਾਨ ਹੁੰਦੇ ਨੇ, ਉਹਨਾਂ ਦੇ ਅੰਦਰਲੇ ਰੂਪ ਇਸ ਤਰੀਕੇ ਦੇ ਨਾਲ ਹੁੰਦੇ ਨੇ। ਕਿਉਂਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਆਖਦੇ ਨੇ ਕਿ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਜਦੋਂ ਤੱਕ ਅਸੀਂ ਆਪਣੇ ਅੰਦਰੋਂ ਸਾਚੀ ਪ੍ਰੀਤ, ਸੱਚੀ ਪ੍ਰੀਤ, ਸੱਚੀ ਤੇ ਸੁੱਚੀ ਪ੍ਰੀਤ ਉਸ ਮਾਲਕ ਦੇ ਨਾਲ ਨਹੀਂ ਜੋੜਦੇ, ਉਦੋਂ ਤੱਕ
ਮਾਲਕ ਸਾਨੂੰ ਆਪਣਾ ਨਹੀਂ ਬਣਾਉਂਦਾ। ਅਸੀਂ ਮਾਲਕ ਦੇ ਨਹੀਂ ਹੁੰਦੇ, ਮਾਲਕ ਸਾਨੂੰ ਆਪਣਾ ਨਹੀਂ ਬਣਾਉਂਦਾ। ਇਸ ਕਰਕੇ ਸਤਸੰਗਿਓ ਕੋਸ਼ਿਸ਼ਾਂ ਕਰਨੀਆਂ, ਬਾਣੀਆਂ ਨੂੰ ਪੜ੍ਹ ਕੇ ਆਪਣੇ ਸਿਸਟਮ ਦੇ ਵਿੱਚ, ਆਪਣੇ ਜੀਵਨ ਦੇ ਵਿੱਚ ਤਬਦੀਲੀਆਂ ਲਿਆਂਦੀਆਂ ਜਾਣ, ਨਾ ਕਿ ਕਥਾ ਕਹਾਣੀਆਂ ਨੂੰ ਸੁਣ ਕੇ ਅਸੀਂ ਇਹਨਾਂ ਗੱਲਾਂ ਨੂੰ ਉੱਥੇ ਦੇ ਉੱਥੇ ਛੱਡ ਦਈਏ ਕਿ ਅਸੀਂ ਚੰਡਾਲ ਹਾਂ, ਅਸੀਂ ਸ਼ੈਤਾਨ ਹਾਂ। ਜਦੋਂ ਅਸੀਂ ਇਹਨਾਂ ਬਾਣੀਆਂ ਨੂੰ ਸਮਝ ਕੇ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਢਾਲਣ ਦੀ ਕੋਸ਼ਿਸ਼ ਕਰਾਂਗੇ ਤੇ ਅਸੀਂ ਸਤਿਗੁਰਾਂ ਦੇ ਦਰਬਾਰ ਦੇ ਗੁਰਮੁਖ ਪਿਆਰੇ ਬਣ ਜਾਵਾਂਗੇ, ਸਤਿਗੁਰਾਂ ਦੇ ਦਰਬਾਰ ਦੇ ਸੇਵਕ ਬਣ ਜਾਵਾਂਗੇ। ਸਤਿਗੁਰ ਸਾਨੂੰ ਆਪਣੇ ਗਲ ਦੇ ਨਾਲ, ਆਪਣੇ ਚਰਨਾਂ ਦੇ ਨਾਲ ਲਾ ਲਵੇਗਾ। ਇਸ ਕਰਕੇ ਸਤਿਸੰਗਿਓ ਸਮੇਂ ਨੂੰ ਹਮੇਸ਼ਾ ਸਮੇਂ ਦੀ ਪਹਿਚਾਣ ਕਰਨੀ ਹੈ, ਸਮੇਂ ਦੇ ਨਾਲ ਤੁਰਨਾ ਹੈ, ਸਮੇਂ ਨੂੰ ਆਪਣੀ ਬੁੱਕਲ ਦੇ ਵਿੱਚ ਲੈ ਕੇ ਰੱਖਣਾ ਹੈ। ਸਮਾਂ ਜਿਸ ਤਰੀਕੇ ਦੇ ਨਾਲ ਲੰਘਦਾ ਜਾ ਰਿਹਾ ਹੈ, ਆਪਣੇ ਜੀਵਨ ਨੂੰ ਵੀ ਆਪਾਂ ਇਸੇ ਤਰੀਕੇ ਦੇ ਨਾਲ ਢਾਲਦੇ ਜਾਣਾ ਹੈ। ਆਓ ਬਾਣੀ ਦੇ ਨਾਲ ਕਾਹੇ ਨਾ ਬਾਲਮੀਕੈ ਦੇਖ, ਕਿਸ ਜਾਤ ਤੇ ਕਹਿ ਪਤੇ ਅਮਰਿਓ, ਰਾਮ ਭਗਤ ਬਿਸੇਖ। ਸਤਿਗੁਰ ਰਵਿਦਾਸ ਮਹਾਰਾਜ ਸਾਨੂੰ ਸਮਝਾਉਣਾ ਕਰਦੇ ਨੇ, ਰੇ ਚਿਤ ਚੇਤੈ ਚੇਤ ਅਚੇਤ ਹੈ ਗਾਫਲ ਮਨ। ਤੇਰੇ ਮਨ ਦੇ ਵਿੱਚ, ਤੇਰੇ ਚਿੱਤ ਦੇ ਵਿੱਚ ਕਿਉਂ ਨਹੀਂ ਉਸ ਮਾਲਕ ਦੀ, ਉਸ ਮਾਲਕ ਦਾ ਪਿਆਰ ਕਿਉਂ ਨਹੀਂ ਜਾਗਦਾ? ਕਾਹੇ ਨਾ ਬਾਲਮੀਕਿ ਦੇਖ, ਤੂੰ ਕਿਉਂ ਨਹੀਂ ਮਹਾਰਿਸ਼ੀ ਵਾਲਮੀਕ ਜੀ, ਤੂੰ ਕਿਉਂ ਨਹੀਂ ਉਹਨਾਂ ਵੱਲ ਦੇਖ ਰਿਹਾ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਿਸ ਤਰੀਕੇ ਦਾ ਵਾਪਰਿਆ, ਕਿਸ ਜਾਤ ਤੇ ਕਹਿ ਪਤੇ ਅਮਰਿਓ, ਰਾਮ ਭਗਤ ਵਸੇਖ। ਕਿ स्वामी वाल्मीकि महाराज जी
ਇੱਕ ਨੀਚ ਜਾਤ ਦੇ ਵਿੱਚ ਪੈਦਾ ਹੋਏ, ਗਰੀਬ ਘਰ ਦੇ ਵਿੱਚ ਜਨਮ ਲਿਆ ਉਹਨਾਂ ਨੇ। ਜਿਹੜਾ ਸੋਚ ਸੀ ਲੋਭ ਵੱਲ ਸੀ, ਔਰ ਉਹਨਾਂ ਦੇ ਮਨ ਦੇ ਵਿੱਚ ਹਮੇਸ਼ਾ ਸ਼ੈਤਾਨ ਰਹਿੰਦਾ ਸੀ। ਸਤ ਸੰਗਿਓ, ਆਪਾਂ ਵੀ ਸਵਾਮੀ ਵਾਲਮੀਕ ਮਹਾਰਾਜ ਜੀ ਦੇ ਜੀਵਨ ਵੱਲ ਦੇਖ ਕੇ, ਕਿਉਂਕਿ ਜਦੋਂ ਅਸੀਂ ਇਸ ਤਰੀਕੇ ਦਾ ਇਤਿਹਾਸ ਪੜ੍ਹਦੇ ਹਾਂ, ਬਾਣੀਆਂ ਨੂੰ ਪੜ੍ਹਦੇ ਹਾਂ, ਔਰ ਪਤਾ ਲੱਗਦਾ ਹੈ ਕਈ ਵਾਰੀ ਇਨਸਾਨ ਦੇ ਵਿੱਚ, ਇਨਸਾਨ ਦੀ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਕਰਮ ਹੋ ਜਾਂਦੇ ਨੇ। ਕਈ ਵਾਰੀ ਜ਼ਿੰਦਗੀ ਦੇ ਵਿੱਚ ਇਨਸਾਨ ਕੋਲੋਂ ਇਹੋ ਜਿਹੇ ਕਰਮ ਹੋ ਜਾਂਦੇ ਨੇ ਕਿ ਜਿਹੜੇ ਗੁਨਾਹ ਕਦੇ ਵੀ ਮਾਫ ਨਾ ਕਰਨ ਯੋਗ ਹੋਣ। ਪਰ ਇਨਸਾਨ ਜਦੋਂ ਆਪਣੇ ਗੁਨਾਹਾਂ ਵੱਲ ਇੱਕ ਵਾਰੀ ਝਾਤੀ ਮਾਰ ਲੈਂਦਾ ਏ, ਫਿਰ ਇਨਸਾਨ ਜੇਕਰ ਉਹ ਸਮਝਣਾ ਚਾਹੇ, ਜੇਕਰ ਉਹ ਸਮਝਣਾ ਚਾਹੇ, ਆਪਣੀ ਜ਼ਿੰਦਗੀ ਨੂੰ ਉਹ ਬਦਲ ਸਕਦਾ ਹੈ। ਕਿਉਂਕਿ ਜਿਹੜਾ ਆਪਣੇ ਦਿਮਾਗ ਦੀ ਸਹੀ ਵਰਤੋਂ ਕਰਕੇ ਮਾੜੇ ਤੋਂ ਚੰਗਾ ਬਣ ਸਕਦਾ ਹੈ। ਇਸੇ ਤਰੀਕੇ ਨਾਲ ਸਵਾਮੀ ਵਾਲਮੀਕ ਮਹਾਰਾਜ ਜੀ ਦੀ ਜ਼ਿੰਦਗੀ ਦੇ ਵਿੱਚ ਵੀ ਇਸੇ ਤਰੀਕੇ ਨਾਲ ਵਾਪਰਿਆ ਕਿ ਅੱਜ ਅਸੀਂ ਉਹਨਾਂ ਦੇ ਇਤਿਹਾਸ ਨੂੰ ਪੜ੍ਹ ਕੇ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਝਾਤ ਮਾਰੀਏ, ਕਿਤੇ ਅੱਜ ਅਸੀਂ ਵੀ ਉਸ ਆਧਾਰ ਤੇ, ਉਸ ਸੋਚ ਦੇ ਉੱਤੇ ਤਾਂ ਨਹੀਂ ਤੁਰ ਰਹੇ। ਕਿਉਂਕਿ ਸਵਾਮੀ ਵਾਲਮੀਕ ਮਹਾਰਾਜ ਜੀ ਨੇ ਤਾਂ ਜਦੋਂ ਉਹਨਾਂ ਦੇ ਮਨ ਦੇ ਵਿੱਚ, ਸੋਚ ਦੇ ਵਿੱਚ ਇਹ ਸਵਾਲ ਆਇਆ ਕਿ ਮੇਰੇ ਕੋਲੋਂ ਮਾੜਾ ਕਰਮ ਹੋ ਰਿਹਾ ਹੈ, ਤੇ ਉਹਨਾਂ ਨੇ ਉਸੇ ਦਿਨ ਤੋਂ ਆਪਣੀ ਜ਼ਿੰਦਗੀ ਨੂੰ, ਆਪਣੀ ਸੋਚ ਨੂੰ ਬਦਲਣਾ ਸ਼ੁਰੂ ਕਰ ਦਿੱਤਾ ਸੀ। ਅੱਜ ਬਾਣੀਆਂ ਨੂੰ ਪੜ੍ਹਨ ਦਾ ਮਤਲਬ ਵੀ ਇਹੀ ਹੈ ਕਿ ਜੇਕਰ ਅਸੀਂ ਬਾਣੀਆਂ ਨੂੰ ਪੜ੍ਹ ਕੇ ਸਿਰਫ ਤੋਂ ਸਿਰਫ ਆਪਣੇ ਅੰਦਰ ਝਾਤ ਮਾਰੀਏ, ਨਾ ਕਿ ਗੁਆਂਢੀਆਂ ਦੇ। ਕਿਉਂਕਿ ਜਦੋਂ ਤੱਕ ਇਨਸਾਨ ਆਪਣੇ ਅੰਦਰ ਝਾਤ ਨਹੀਂ ਮਾਰਦਾ, ਆਪਣੇ ਸਰੀਰ ਦੀ ਸਫਾਈ ਨਹੀਂ ਕਰਦਾ, ਆਪਣੇ ਦਿਮਾਗ ਦੀ ਸਫਾਈ ਨਹੀਂ ਕਰਦਾ, ਆਪਣੇ ਮਨ ਦੀ ਸਫਾਈ ਨਹੀਂ ਕਰਦਾ, ਆਪਣੇ ਹਿਰਦੇ ਦੀ ਸਫਾਈ ਨਹੀਂ ਕਰਦਾ, ਆਪਣੇ ਦਿਲ ਦੀ ਸਫਾਈ ਨਹੀਂ ਕਰਦਾ, ਉਦੋਂ ਤੱਕ ਇਨਸਾਨ ਅਗਿਆਨਤਾ ਦੇ ਵਿੱਚ ਹੈ, ਹਨੇਰੇ ਦੇ ਵਿੱਚ ਹੈ। ਜਦੋਂ ਇਨਸਾਨ ਬਾਣੀ ਨੂੰ ਪੜ੍ਹ ਕੇ, ਬਾਣੀ ਨੂੰ ਵਿਚਾਰ ਕੇ ਆਪਣੇ ਸਰੀਰ ਦੇ ਵਿੱਚ ਤਬਦੀਲੀ ਲਿਆਉਣ ਦੀ ਕੋਸ਼ਿਸ਼ ਕਰਦਾ ਹੈ, ਫਿਰ ਉਹ ਇਨਸਾਨ ਚੰਡਾਲ ਨਹੀਂ ਰਹਿੰਦਾ, ਉਹ ਇਨਸਾਨ ਭਗਵਾਨ ਬਣ ਜਾਂਦਾ ਹੈ, ਰੱਬ ਬਣ ਜਾਂਦਾ ਹੈ, ਸੰਤ ਬਣ ਜਾਂਦਾ ਹੈ, ਬ੍ਰਹਮ ਗਿਆਨੀ ਬਣ ਜਾਂਦਾ ਹੈ। ਕਿਉਂਕਿ ਜਿਹੜੀ ਅਕਲ ਹੈ, ਇਹ ਅਕਲ ਸਾਨੂੰ ਬਾਣੀਆਂ ਕੋਲੋਂ ਹੀ ਮਿਲਣੀ ਹੈ। ਜਦੋਂ ਜਦੋਂ ਅਸੀਂ ਵਿਚਾਰਾਂ ਦੇ ਵਿੱਚ ਸਫਾਈ ਲਿਆਵਾਂਗੇ, ਸੋਚ ਦੇ ਵਿੱਚ ਸਫਾਈ ਲਿਆਵਾਂਗੇ, ਸਾਡੀਆਂ ਵਿਚਾਰਾਂ, ਸਾਡਾ ਗਿਆਨ, ਸਾਡਾ ਜੀਵਨ ਉਦੋਂ ਤੱਕ ਬਦਲਦਾ ਜਾਵੇਗਾ। ਕਿਉਂਕਿ
ਜਦੋਂ ਤੱਕ ਅਸੀਂ ਆਪਣੇ ਆਪ ਨੂੰ ਨਹੀਂ ਬਦਲਾਂਗੇ ਉਦੋਂ ਤੱਕ ਸਾਨੂੰ ਜਿਹੜੇ ਦੂਸਰੇ ਹੈ ਉਹਨਾਂ ਦੇ ਵਿੱਚ ਹੀ ਅਵਗੁਣ ਦਿਸਦੇ ਰਹਿਣਗੇ। ਕਿਉਂਕਿ ਜਦੋਂ ਤੱਕ ਇਨਸਾਨ ਆਪ ਗਿਆਨਵਾਨ ਨਹੀਂ ਹੈ ਉਦੋਂ ਤੱਕ ਉਸ ਨੂੰ ਸਾਰਾ ਸੰਸਾਰ ਹੀ ਅਗਿਆਨੀ ਦਿਸੇਗਾ, ਬੇਅਕਲਾ ਦਿਸੇਗਾ, ਆਪਣੇ ਆਪ ਨੂੰ ਅਕਲਾਂ ਵਾਲਾ ਬਣਾਵੇਗਾ। ਜਦੋਂ ਉਸ ਇਨਸਾਨ ਕੋਲ ਗਿਆਨ ਆ ਜਾਂਦਾ ਹੈ ਉਦੋਂ ਇਨਸਾਨ ਨੂੰ ਝੁਕਣਾ ਵੀ ਆ ਜਾਂਦਾ ਹੈ, ਸਤਿਕਾਰ ਕਰਨਾ ਵੀ ਆ ਜਾਂਦਾ ਹੈ, ਪ੍ਰੇਮ ਕਰਨਾ ਵੀ ਆ ਜਾਂਦਾ ਹੈ। ਸਾਚ ਕਿਹੋ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਹਨਾਂ ਮਹਾਂਪੁਰਸ਼ਾਂ ਨੇ ਉਸ ਪ੍ਰਭ ਨੂੰ, ਉਸ ਪਰਮਾਤਮਾ ਨੂੰ ਪਾਇਆ ਔਰ ਉਸ ਪਰਮਾਤਮਾ ਦੇ ਨਾਲ ਇੱਕ ਮਿਕ ਹੋਏ। ਜਦੋਂ ਇੱਕ ਮਿਕ ਹੋਏ ਅੱਜ ਸਾਰਾ ਸੰਸਾਰ ਉਹਨਾਂ ਦੇ ਇਤਿਹਾਸ ਨੂੰ ਪੜ੍ਹ ਕੇ ਆਪਣੀਆਂ ਜ਼ਿੰਦਗੀਆਂ ਬਦਲ ਰਿਹਾ ਹੈ। ਕਿਉਂ ਨਾ ਹੋਵੇ ਸਤਸੰਗਿਓ, ਆਪਾਂ ਵੀ ਉਹਨਾਂ ਬ੍ਰਹਮ ਗਿਆਨੀਆਂ ਦੇ, ਉਹਨਾਂ ਮਹਾਰਿਸ਼ੀਆਂ ਦੇ ਇਤਿਹਾਸਾਂ ਨੂੰ ਪੜ੍ਹ ਕੇ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਵੀ ਨਵਾਂ ਉਜਾਲਾ ਲੈ ਕੇ ਆਈਏ, ਨਵਾਂ ਚਾਨਣ ਲੈ ਕੇ ਆਈਏ। ਆਓ ਕਿਸ ਤਰੀਕੇ ਨਾਲ हो यार दीवानिया यार जिंदे बदले
ਫਰੀਦਾ ਸੁੱਤਿਆ ਤੂੰ ਝਾੜੂ ਦੇ ਮਸੀਤ, ਤੂੰ ਸੁੱਤਾ ਤੇਰਾ ਰੱਬ ਜਾਗਦਾ, ਤੇਰੀ ਡਾਢੇ ਨਾਲ ਪ੍ਰੀਤ ਹੈ। ਗਫਲ ਮਨਾ ਅੱਜ ਜਾਗ ਲੈ, ਜਿਨ ਤੈਨੂੰ ਸਾਜ ਕੇ ਇਸ ਧਰਤੀ ਦੇ ਉੱਤੇ ਭੇਜਿਆ ਏ, ਬਹੁਤ ਡਾਢਾ ਏ ਤੇਰੀ ਡਾਢੇ ਨਾਲ ਪ੍ਰੀਤ। ਉੱਠ ਫਰੀਦਾ ਸੁੱਤਿਆ ਤੂੰ ਝਾੜੂ ਦੇ ਮਸੀਤ, ਤੂੰ ਸੁੱਤਾ ਤੇਰਾ ਰੱਬ ਜਾਗਦਾ, ਤੇਰੀ ਡਾਢੇ ਨਾਲ ਪ੍ਰੀਤ। ਅੱਜ ਜਾਗ ਲੈ, ਅੱਜ ਨਾ ਜਾਗਿਆ ਇਹ ਸਮਾਂ ਜੇ ਅੱਜ ਲੰਘ ਗਿਆ, ਮੁੜ ਕੇ ਵਾਪਸ ਨਹੀਂ ਆਉਣਾ। ਉੱਠ ਫਰੀਦਾ ਸੁੱਤਿਆ ਤੂੰ ਮੇਲਾ ਦੇਖਣ ਜਾ, ਜੇ ਮਿਲ ਜਾ ਤੈਨੂੰ ਕੋਈ ਬਖਸ਼ਿਆ, ਤੂੰ ਵੀ ਬਖਸ਼ਿਆ ਜਾ। ਕਿਉਂਕਿ ਸਤ ਸੰਗਿਓ, ਇਹ ਜੋ ਸਤ ਸੰਗ ਦੀਆਂ ਘੜੀਆਂ ਨੇ ਭਾਗਾਂ ਵਾਲਿਆਂ ਨੂੰ ਨਸੀਬ ਹੁੰਦੀਆਂ ਨੇ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀ। ਬੜੇ ਭਾਗਾਂ ਵਾਲਿਓ ਜਿਹੜੇ ਕਾਂਛੀ ਟੀਵੀ ਦੇ ਚੈਨਲ ਦੇ ਮਾਧਿਅਮ ਰਾਹੀਂ ਜੁੜ ਬੈਠੇ ਹੋ, ਸਾਰੀਆਂ ਸੰਗਤਾਂ ਇੱਕ ਮਨ ਇੱਕ ਚਿੱਤ ਹੋ ਕੇ ਵਿਚਾਰਾਂ ਨੂੰ ਸਰਵਣ ਕਰ ਰਹੇ ਹੋ। ਔਰ ਸਤ ਸੰਗਿਓ, ਇਹਨਾਂ ਵਿਚਾਰਾਂ ਨੂੰ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਢਾਲ ਲਈਏ, ਕਿਉਂਕਿ ਜੇ ਮਿਲ ਜਾਏ ਤੈਨੂੰ ਕੋਈ ਬਖਸ਼ਿਆ, ਯਾਰਾ ਤੂੰ ਵੀ ਬਖਸ਼ਿਆ ਜਾ। ਕਿਉਂਕਿ ਅੱਜ ਸਾਨੂੰ ਬਾਣੀਆਂ ਸੇਧ ਦੇ ਰਹੀਆਂ ਨੇ, ਸਾਨੂੰ ਹੋਰ ਕੋਈ ਸੇਧ ਨਹੀਂ ਦੇ ਰਿਹਾ। ਅੱਜ ਜੇਕਰ ਸਾਨੂੰ ਸੇਧ ਮਿਲ ਰਹੀ ਹੈ, ਇਹ ਸਾਨੂੰ ਬਾਣੀਆਂ ਤੋਂ ਸੇਧ ਮਿਲ ਰਹੀ ਹੈ। ਸਾਨੂੰ ਬਖਸ਼ਾਉਣਾ ਵੀ ਇਹਨਾਂ ਬਾਣੀਆਂ ਨੇ। ਕਦੋਂ ਬਖਸ਼ਾਉਣਾ ਏ? ਜਦੋਂ ਇਹਨਾਂ ਬਾਣੀਆਂ ਦੇ ਉੱਤੇ ਅਮਲ ਹੋਣਾ ਸ਼ੁਰੂ ਹੋ ਗਿਆ। ਸਤ ਸੰਗ ਦੇ ਵਿੱਚ ਬੈਠ ਕੇ ਉਸ ਮਾਲਕ ਦੇ ਨਾਮ ਦੀਆਂ, ਉਸ ਮਾਲਕ ਦੇ ਘਰ ਦੀਆਂ ਵਿਚਾਰਾਂ ਹਮੇਸ਼ਾ ਕਰੀਏ। ਸਤ ਸੰਗ ਉਸ ਮਾਲਕ ਦੇ ਨਾਮ ਦਾ ਕਰੀਏ ਤੇ ਮਾਲਕ ਕਦੀ ਵੀ ਆਪਣੇ ਬੱਚਿਆਂ ਨੂੰ, ਆਪਣੇ ਗੁਰਮੁਖ ਪਿਆਰਿਆਂ ਨੂੰ ਆਪਣੇ ਆਪ ਤੋਂ ਜੁਦਾ ਨਹੀਂ ਕਰਦਾ। ਉਹ ਆਪਣੇ ਹਮੇਸ਼ਾ ਗਲ ਦੇ ਨਾਲ, ਆਪਣੇ ਚਰਨਾਂ ਦੇ ਨਾਲ ਆਪਣੇ ਬੱਚਿਆਂ ਨੂੰ ਲਾ ਕੇ ਰੱਖਦਾ ਹੈ। ਕਿਉਂਕਿ ਜਿਵੇਂ ਫਰੀਦ ਨੇ ਰੱਬ ਨੂੰ ਯਾਦ ਕੀਤਾ, ਕਿਉਂਕਿ ਮਹਾਪੁਰਸ਼ ਬ੍ਰਹਮ ਗਿਆਨੀ ਬਾਬਾ ਫਰੀਦ ਜੀ ਜਿਨ੍ਹਾਂ ਨੇ ਬੰਦਗੀਆਂ ਕੀਤੀਆਂ, ਕਿਉਂਕਿ ਜਦੋਂ ਉਹਨਾਂ ਨੇ ਯਾਦ ਕੀਤਾ ਉਸ ਪਾਰ ਬ੍ਰਹਮ ਨੂੰ, ਉਸ ਅਕਾਲ ਪੁਰਖ ਨੂੰ, ਕੀ ਕਿਹਾ ਜਾ ਸਕਦਾ ਕਿ ਪਾਰ ਬ੍ਰਹਮ ਜੋ ਹੈ, ਜਿਹੜਾ ਮਾਲਕ ਹੈ ਦੁਨੀਆ ਨੂੰ ਚਲਾਉਣ ਵਾਲਾ, ਉਹ ਕਿਤੇ ਸੁੱਤਾ ਹੈ? ਜਿਵੇਂ ਫਰੀਦ ਨੇ ਰੱਬ ਨੂੰ ਯਾਦ ਕੀਤਾ, ਉਵੇਂ ਰੱਬ ਵੀ ਫਰੀਦ ਫਰੀਦ ਪੁਕਾਰਦਾ ਈ। ਕਿੱਥੇ ਹੈ ਮੇਰਾ ਬੱਚਾ? ਕਿੱਥੇ ਹੈ ਮੇਰਾ ਗੁਰਮੁਖ ਪਿਆਰਾ? ਕਿੱਥੇ ਹੈ ਮੇਰਾ ਸੇਵਕ? ਯਾਰ ਦੀਵਾਨੀਆਂ ਯਾਰ ਜਿੰਦ ਬਦਲੇ, ਰੱਬ ਵੀ ਬੰਦਿਆਂ ਦੇ ਰੂਪ ਦਿਖਾਉਂਦਾ ਹੈ। ਕਿਉਂਕਿ ਜਦੋਂ ਕੁਦਰਤ ਨੇ ਇਸ ਦੁਨੀਆ ਨੂੰ ਸਾਜਿਆ, ਇਸ ਸ੍ਰਿਸ਼ਟੀ ਨੂੰ ਸਾਜਿਆ ਔਰ ਇਨਸਾਨੀਅਤ ਨੂੰ ਪਹਿਲ ਦਿੱਤੀ ਗਈ ਹੈ। ਕਿਉਂਕਿ ਜਦੋਂ ਵੀ ਇਸ ਧਰਤੀ ਦੇ ਉੱਤੇ ਸੰਤਾਂ ਮਹਾਂਪੁਰਸ਼ਾਂ ਨੇ ਆਪਣੀਆਂ ਬੰਦਗੀਆਂ ਕੀਤੀਆਂ ਨੇ, ਉਹਨਾਂ ਨੇ ਆਪਣੇ ਇਸ ਸਰੀਰ ਨੂੰ ਛੱਡਿਆ ਏ। ਕਿਉਂਕਿ ਜੋ ਸਾਡਾ ਸਰੀਰ ਹੈ ਨਾਸ਼ਵਾਨ ਹੈ, ਪਰ ਜਿਹੜੀ ਉਹਨਾਂ ਦੀ ਸੋਚ ਹੈ, ਜਿਹੜੀ ਰੂਹ ਹੈ, ਉਹ ਹਮੇਸ਼ਾ ਜੀਵਤ ਹੈ। ਕਿਉਂਕਿ ਅੱਜ ਜਿਹੜੀਆਂ ਆਪਾਂ ਬਾਣੀਆਂ ਨੂੰ ਪੜ੍ਹ ਰਹੇ ਹਾਂ, ਉਹ ਰੂਹਾਂ ਨੂੰ ਯਾਦ ਕਰ ਰਹੇ ਹਾਂ। ਉਹ ਰੂਹਾਂ ਅੱਜ ਵੀ ਜੀਵਤ ਨੇ।
ਉਹ ਰੂਹਾਂ ਨੂੰ ਚੇਤੇ ਕਰਕੇ ਅੱਜ ਅਸੀਂ ਵੀ ਤੁਸੀਂ ਵੀ ਆਪਣੇ ਸਿਸਟਮ ਨੂੰ, ਆਪਣੀਆਂ ਜ਼ਿੰਦਗੀਆਂ ਨੂੰ ਢਾਲਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ, ਪਰਮਾਤਮਾ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰੀਏ, ਸੱਚੇ ਪਾਤਸ਼ਾਹ ਸੋਝੀਆਂ ਬਖਸ਼ਿਓ, ਸਾਨੂੰ ਗਿਆਨ ਬਖਸ਼ਿਓ ਕਿ ਅਸੀਂ ਹਮੇਸ਼ਾ ਤੁਹਾਡੇ ਗਿਆਨ ਤੋਂ, ਤੁਹਾਡੀਆਂ ਬਾਣੀਆਂ ਤੋਂ ਦੂਰ ਨਾ ਹੋ ਜਾਈਏ। ਕਿਉਂਕਿ ਜਿਹੜੇ ਇਨਸਾਨ, ਜਿਹੜੇ ਗੁਰਮੁਖ ਪਿਆਰੇ ਇਹਨਾਂ ਬਾਣੀਆਂ ਨੂੰ ਪੜ੍ਹਦੇ ਨੇ, ਵਿਚਾਰਦੇ ਨੇ, ਉਹ ਹਮੇਸ਼ਾ ਇਹਨਾਂ ਬਾਣੀਆਂ ਦਾ ਰੂਪ ਹੋ ਜਾਂਦੇ ਨੇ, ਬਾਣੀਆਂ ਦੇ ਨਾਲ ਇੱਕ ਮਿੱਕ ਹੋ ਜਾਂਦੇ ਨੇ। ਆਓ ਕਿਸ ਤਰੀਕੇ ਦੇ ਨਾਲ आजाद सब ते कृष्ण लावै हेत, लोग वपरा क्या सराहे, तीन लोक परवेश। इत्थे सतगुरु दास महाराज जी ने सानू समझाउण कीता है कि लोभ रूपी कुत्ते दे वैरी महर्षि वाल्मीकि जिन्हां ने बकारां ते जित प्राप्त कीती होई सी। सत संगियो, इत्थे इंसान दा दस्सिया गया इस पंक्तियां दे राहीं कि जेकर इंसान दी जिंदगी दे विच समा कोई माड़ा भी आ जांदा है, वो हमेशा माड़ा नहीं रहिंदा। क्यों जेकर स्वामी वाल्मीकि महाराज जी जिंदगी दे विच समा इस तरीके दा आया और जदों उन्हां दे विच तब्दीली आई और समा एहो जिहा आया, एहो जी जित प्राप्त कीती अपनी जिंदगी दे विच कि जिन्हां दे जाण दे नाल
जिन्हां ने जग कीते उन्हां दे जग नहीं संपूर्ण हो रहे सन। कद तो बिना स्वामी वाल्मीक महाराजियां दे उस जग दे विच ना जाण करके उन्हां दे जग संपूर्ण नहीं हो रहे सन। और जदों स्वामी वाल्मीक महाराजियां ने उस जग दे विच जाके दर्शन दिते, उन्हां पांडवां दा कि जो जग सी संपूर्ण होया, ते उस समय श्री कृष्ण जी ने अते सबना ने महारिषि वाल्मीक जी दे चरण धो के चरनां विच पीता ते उन्हां दे नाल प्रेम दीआं सांझां पाईआं। सत्संगियो, लोग बपुरा क्या सराहे, लोग की जानन उन्हां दी जिंदगी नूं, लोग की जानन उन्हां दे इतिहास नूं, क्योंकि जिहड़े जानन दी कोशिश ही नहीं करदे अज भी उन्हां नूं नीच करके जानन दी कोशिश कर रहे ने। वो की जानन स्वामी वाल्मीक महाराज जी कौन सन, की उन्हां दा रुतबा सी, वो अज भी उन्हां नूं आम जिहा करके जानदे आ। पर जिन्हां ने जानिया, जिन्हां ने पहचानिया, उन्हां ने उन्हां दे चरनां नूं धो के गट गट करके पीवे। और ये जो गल है, जो उन्हां दी उस्तत है, तिन्ना लोकां दे विच हो रही है अज भी। मात लोक, पताल लोक, आकाश लोक दे विच भी अज उन्हां दी उस्तत हो रही है। ये सतगुरु रविदास महाराज जी ने उन्हां दा जीवन, उन्हां दा इतिहास इस शब्द के राही दसन की कोशिश की है। आओ सत्संगी बाणी दे नाल उचारा करिए। अजामल पिंगीला लुबती कुंचिरी गए हरि के पासे, गए हरि के पासे। अजामल पिंगीला लुबती कुंचिरी गए हरि के पासे, गए हरि के पासे। ऐसी दूरी मती निशित रे तू, क्यों न तरे रबदासे, तू क्यों न तरे रबदासे। ऐसी दूरी मती निशित रे तू, क्यों न तरे रबदासे, तू क्यों न तरे रबदासे। सतगुरु रविदास महाराज बाणी दे विच समझाउणा करदे ने कि अजामल पिंगला लुबत कुंचर गए हर के पास, ऐसे दुर्मत निस्तरे तू क्यों न तरे रविदास। सतगुरु रविदास महाराज जी ने अजामल की गल की है, पिंगला की गल की है, लुंबत की गल की है,
कुंचर की गल की है कि गए हर के पास, क्योंकि इस शब्द ਦੇ ਵਿੱਚ सतगुरु रविदास महाराज जी ने उन्हां दे नाम लए ने, उन्हां ब्रह्म ਗਿਆਨੀਆਂ ਦੇ नाम लए ने, उन्हां महारिशियां ਦੇ नाम लए ने, जिन्हां दी जिंदगियां दे ਵਿੱਚ ਪਹਿਲਾਂ कुछ होर वापरिया, पर जदों उन्हां ने अपने आप नूं बदलण दी कोशिश की, उदों वो मालक दे चरनां दे नाल एकमिक हो गए। सतगुरु रविदास महाराज जी जिस वेले शिकारी दे कोलों हिरन नूं आजाद करवाया कि शिकारी जाल विछा के जंगल दे विच बैठा सी अते उधरों हिरनी उस रास्ते दे तो लंघ रही और उसनूं पता नहीं लगा वो किस वक्त वो शिकारी दे जाल दे विच आके फस जाती है और रोंदी है, करलाउंदी है, क्योंकि उस हिरनी दे दो मासूम जे बच्चे घर ने जो उस हिरनी दी इंतजार कर रहे ने। इधर हिरनी अपने आप दे विच उस मालिक दे नाल गल्लां करदी है, विचारां करदी है, ए दुनिया दे मालिका अज आके सहाय हो, तेरे तो बिना मेरा कोई नहीं है। सत्संगियो अरदासा कीता संतां दा रब नूं भी मनना पै जांदा है। हिरनी ने जदों पुकार कीती है उस मालिक दे चरनां दे विच कि मालिका अज मेरा आके सहाय हो कि मेरे बच्चे मेरा घर इंतजार कर रहे ने। सत्संगियो वो समा सी एहो जिहा कि सतगुरु रविदास महाराज जी उस रास्ते दे तो दी लंघ रहे ने। जदों लंघ रहे ने उन्होंने शिकारी नूं देखिया कि शिकारी ने अपने जाल दे विच एक हिरनी नूं कैद कर लिया है और हिरनी रो कर ला रही है, क्योंकि ये जो दिव्य दृष्टि है सतगुरु रविदास महाराज जी जानते सन, क्योंकि वो सिस्टम बनाना पैंदा है। सतगुरु रविदास महाराज जी ने जदों उस हिरनी वाल देखिया ते उसने शिकारी नूं कहा कि शिकारी तू क्यों जानवरां दी क्यों जीव हत्या करदा है? ये जो जीव जंतु ने ये धरती दी एक सुंदरता है, ये तेनू नहीं चाहिदा कि इन्हां जीवां दी हत्या करनी। और सतगुरु रविदास महाराज जी ने उस हिरनी नूं जदों समझिया कि इस दे दो बच्चे ने घर, तो शिकारी नूं कहा, सतगुरु रविदास महाराज जी ने कहा, शिकारी इस हिरनी दे दो बच्चे घर ने जो उसका इंतजार कर रहे ने और इसनूं थोड़े समय लिए छड्ड दे
ਇਹ ਬੱਚਿਆਂ ਨੂੰ ਦੁੱਧ ਪਿਆ ਕੇ ਵਾਪਸ ਆ ਜਾਵੇਗੀ। ਤਾਂ ਸ਼ਿਕਾਰੀ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀਆਂ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀਆਂ ਨੂੰ ਸਵਾਲ ਕੀਤਾ ਕਿ ਇਸ ਗੱਲ ਦੀ ਕੌਣ ਗਰੰਟੀ ਦੇਵੇਗਾ ਕਿ ਇਹ ਵਾਪਸ ਮੁੜ ਕੇ ਆ ਜਾਵੇਗੀ ਹਿਰਨੀ। ਤਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਉਸ ਸ਼ਿਕਾਰੀ ਨੂੰ ਕਿਹਾ ਕਿ ਸ਼ਿਕਾਰੀ, ਇਸ ਗੱਲ ਦੀ ਮੈਂ ਗਰੰਟੀ ਲਵਾਂਗਾ ਕਿ ਜਦੋਂ ਤੱਕ ਇਹ ਜੋ ਹਿਰਨੀ ਹੈ ਆਪਣੇ ਬੱਚਿਆਂ ਨੂੰ ਦੁੱਧ ਦੇ ਕੇ ਵਾਪਸ ਨਹੀਂ ਆ ਜਾਂਦੀ, ਉਦੋਂ ਤੱਕ ਮੈਂ ਤੇਰੇ ਕੋਲ ਰਵਾਂਗਾ। ਅਗਰ ਜੇਕਰ ਇਹ ਹਿਰਨੀ ਵਾਪਸ ਨਾ ਆਈ, ਤੂੰ ਮੇਰੇ ਨਾਲ ਜੋ ਵੀ ਆਪਣਾ ਸਲੂਕ ਹੈ ਕਰ ਸਕਦਾ ਹੈ। ਕਿਉਂਕਿ ਸ਼ਿਕਾਰੀ ਨਹੀਂ ਸੀ ਜਾਣਦਾ ਇਹ ਰੱਬੀ ਰੂਪ ਕੌਣ ਨੇ। ਕਿਉਂਕਿ ਜਦੋਂ ਤੱਕ ਅਸੀਂ ਕਿਸੇ ਇਨਸਾਨ ਨੂੰ ਨਹੀਂ ਜਾਣਦੇ, ਨਹੀਂ ਪਹਿਚਾਣਦੇ, ਉਦੋਂ ਤੱਕ ਅਸੀਂ ਅਗਿਆਨਤਾ ਦੇ ਵਸ ਹੋ ਕੇ ਅਸੀਂ ਉਸ ਇਨਸਾਨ ਦੇ ਲਈ ਕੋਈ ਵੀ ਸ਼ਬਦ ਬੋਲ ਦਿੰਦੇ ਹਾਂ। ਇਸੇ ਤਰੀਕੇ ਨਾਲ ਉਹ ਸ਼ਿਕਾਰੀ ਸੀ। ਸ਼ਿਕਾਰੀ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਪ੍ਰਤੀ ਕੋਈ ਵੀ ਗਿਆਨ ਨਹੀਂ ਸੀ, ਅਗਿਆਨ ਸੀ, ਅਗਿਆਨਤਾ ਦੇ ਵਿੱਚ ਸੀ। ਔਰ ਸ਼ਿਕਾਰੀ ਮੰਨ ਗਿਆ ਕਿ ਠੀਕ ਹੈ ਕਿ ਮੈਂ ਇਸ ਹਿਰਨੀ ਨੂੰ ਛੱਡ ਦਿੰਦਾ ਏ। ਜਦੋਂ ਤੱਕ ਹਿਰਨੀ ਵਾਪਸ ਨਹੀਂ ਆਵੇਗੀ, ਉਦੋਂ ਤੱਕ ਤੁਹਾਨੂੰ ਮੇਰੇ ਕੋਲ ਹੀ ਰਹਿਣਾ ਪਵੇਗਾ। ਸਤ ਸੰਗਿਓ, ਸ਼ਿਕਾਰੀ ਨੇ ਹਿਰਨੀ ਨੂੰ ਆਜ਼ਾਦ ਕਰ ਦਿੱਤਾ ਹੈ। ਔਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਉਸ ਸ਼ਿਕਾਰੀ ਕੋਲ ਬੈਠ ਜਾਂਦੇ ਨੇ। ਔਰ ਜਦੋਂ ਹਿਰਨੀ ਖੁਸ਼ੀ ਖੁਸ਼ੀ ਦੇ ਨਾਲ ਆਪਣੇ ਬੱਚਿਆਂ ਦੇ ਕੋਲ ਜਾਂਦੀ ਹੈ ਔਰ ਬੱਚਿਆਂ ਨੂੰ ਆਖਦੀ ਹੈ ਕਿ ਤੁਸੀਂ ਅੱਜ ਮੇਰਾ ਦੁੱਧ ਆਖਰੀ ਵਾਰੀ ਪੀ ਲਵੋ, ਮੈਂ ਤੁਹਾਡੇ ਕੋਲ ਵਾਪਸ ਮੁੜ ਕੇ ਨਹੀਂ ਆਉਣਾ। ਜਦੋਂ ਬੱਚਿਆਂ ਨੇ ਆਪਣੀ ਮਾਂ ਦੇ ਕੋਲੋਂ ਇਹ ਗੱਲ ਸੁਣੀ ਕਿ ਮੇਰੀ ਮਾਂ ਨੇ, ਸਾਡੀ ਮਾਂ ਨੇ ਮੁੜ ਕੇ ਵਾਪਸ ਨਹੀਂ ਆਉਣਾ, ਤੇ ਅਸੀਂ ਆਪਣੀ ਜ਼ਿੰਦਗੀ ਕਿਸ ਤਰੀਕੇ ਨਾਲ ਲੰਘਾਵਾਂਗੇ। ਕਿਉਂਕਿ ਮਾਵਾਂ ਦਾ ਜੋ ਵਿਛੋੜਾ ਹੁੰਦਾ ਏ, ਜਿਹੜੇ ਬੱਚੇ ਯਤੀਮ ਹੋ ਜਾਂਦੇ ਨੇ, ਉਹਨਾਂ ਨੂੰ ਪਤਾ ਹੁੰਦਾ ਏ ਮਾਵਾਂ ਦਾ ਵਿਛੋੜਾ ਦੁਨੀਆ ਦੇ ਉੱਤੇ ਕਿਸ ਤਰੀਕੇ ਦਾ ਹੁੰਦਾ ਹੈ। ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਹਰ ਥਾਂ ਦੇ ਉੱਤੇ, ਹਰ ਪਲ ਦੇ ਉੱਤੇ ਕਿੰਨੀਆਂ ਠੋਕਰਾਂ ਖਾਣੀਆਂ ਪੈਂਦੀਆਂ ਨੇ। ਔਰ ਜਦੋਂ ਉਸ ਹਿਰਨੀ ਨੇ ਆਪਣੇ ਬੱਚਿਆਂ ਨੂੰ ਸਮਝਾਇਆ ਕਿ ਤੁਸੀਂ ਇੱਥੇ ਰਹੋ, ਮੇਰੀ ਜਾਮਨੀ ਦਿੱਤੀ ਹੈ ਉਸ ਮਹਾਪੁਰਸ਼ ਨੇ ਕਿ ਜਦੋਂ ਤੱਕ ਮੈਂ ਵਾਪਸ ਉੱਥੇ ਨਹੀਂ ਜਾਂਦੀ, ਉਹ ਉੱਥੇ ਉਸ ਸ਼ਿਕਾਰੀ ਦੇ ਕੋਲ ਉਹ ਮਹਾਪੁਰਸ਼ ਬੈਠਣਗੇ। ਔਰ ਮੈਂ ਸਦਵਾ ਕੇ ਆਈਆਂ, ਮੈਂ ਵਾਪਸ ਜਾਵਾਂਗੀ। ਔਰ ਬੱਚਿਆਂ ਨੇ ਜਦੋਂ ਇਹ ਗੱਲ ਸਾਰੀ ਜਾਣੀ, ਔਰ ਬੱਚਿਆਂ ਨੇ ਵੀ ਆਪਣੀ ਮਾਂ ਨੂੰ ਕਿਹਾ, ਹਿਰਨੀ ਨੂੰ, ਕਿ ਮਾਂ, ਅਗਰ ਜੇਕਰ ਤੂੰ ਹੀ ਸਾਡੇ ਲਈ ਮਰ ਗਈ, ਅਸੀਂ ਇਸ ਦੁਨੀਆ ਦੇ ਉੱਤੇ ਰਹਿ ਕੇ ਕੀ ਕਰਨਾ ਹੈ? ਅਸੀਂ ਇੱਥੇ ਨਹੀਂ ਰਹਿਣਾ, ਅਸੀਂ ਵੀ ਤੇਰੇ ਨਾਲ ਹੀ ਜਾਵਾਂਗੇ। ਜਿੱਥੇ ਤੂੰ ਮਰੇਂਗੀ ਉੱਥੇ ਵੀ ਅਸੀਂ ਵੀ ਤੇਰੇ ਨਾਲ ਮਰ ਜਾਵਾਂਗੇ। ਅਸੀਂ ਇਕੱਲੇ ਨਹੀਂ ਰਹਿਣਾ ਚਾਹੁੰਦੇ, ਅਸੀਂ ਤੇਰੇ ਨਾਲ ਹੀ ਮਰਨਾ ਚਾਹੁੰਦੇ ਹਾਂ। ਸਤ ਸੰਗਿਓ, ਜਿਸ ਵਕਤ ਹਿਰਨੀ ਆਪਣੇ ਦੋਨਾਂ ਬੱਚਿਆਂ ਨੂੰ ਨਾਲ ਲੈ ਕੇ ਉਸ ਸ਼ਿਕਾਰੀ ਦੇ ਕੋਲ ਪਹੁੰਚੀ, ਉਹ ਸਤਿਗੁਰੂ ਰਵਿਦਾਸ ਮਹਾਰਾਜ ਜੀ ਉੱਥੇ ਬੈਠੇ ਨੇ। ਔਰ ਜਦੋਂ ਸ਼ਿਕਾਰੀ ਨੇ ਇਹ ਕੌਤਕ ਦੇਖਿਆ ਕਿ ਜੀਵ, ਇਹ ਜਾਨਵਰ
जिन्हां दे दिल दी गल इस महापुरुष ने बुझ ली। ये तां कोई पहुंचे होए ब्रह्म ज्ञानी है। सतसंगियो, उस शिकारी ने बिना कुछ समझे, बिना कुछ जाने सतगुरु रविदास महाराज जी के चरणों के विच तय पैंदा है कि महापुरुषो, मेरे को भुल हो गई है, मैं अज्ञानी सी, मैं तुहानू समझ नहीं सकिया कि तुसी किहड़े रूप दे विच हो, और जिहड़ी मैं गलती कीती है, जो भी जिंदगी दे विच अपना इन्ने जानवरां नूं मैं मारिया है, अज मैनू माफ़ी दे दिओ। मैं मुड़ के तोबा करदा, अज तो बाद कदी भी किसी जानवर नूं नहीं मारांगा। सतसंगियो, उत्थे उस शिकारी ने सतगुरु रविदास महाराज जी के चरणों दे विच उन्हां को चरणों विच लै के नाम भजन लैके सतगुरु रविदास महाराज जी दे सेवक बने। सतसंगियो, इस करके इंसान की जिंदगी दे विच पता नहीं कि किथे की वापर जाना है, वो पता नहीं है, वो मालिक जानता है। बस सानू ये पता है असी सच की पहचान करिए, सच नूं जानिए, सच की है। गुरु प्यारी साध संगत जी, बाणी में पढ़दियां विचारा करदियां अनेकां तरह दी गलतियां हो जांदियां ने, माफ कर देना। जय गुरुदेव, धन गुरुदेव।